ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਹਰ ਦੂਜੇ ਇਨਸਾਨ ਦੇ ਵਿੱਚ ਇੱਕ ਅਜਿਹੀ ਪ੍ਰੋਬਲਮ ਹੈ ਕਿ ਅਜਿਹੀ ਦਿੱਕਤ ਹੈ ਜੋ ਆਮ ਤੌਰ ਤੇ ਦੇਖੀ ਜਾਂਦੀ ਹੈ। ਉਹ ਪ੍ਰੋਬਲਮ ਹੈ ਬੈਕ ਪੇਨ ਦੀ। ਇਹ ਪ੍ਰੋਬਲਮ ਕਈ ਵਾਰ ਤਾਂ ਦੇਖਣ ਨੂੰ ਬਹੁਤ ਨਾਰਮਲ ਜੀ ਲੱਗਦੀ ਹੈ। ਇਹ ਪ੍ਰੋਬਲਮ ਕਈ ਵਾਰ ਸੁਣਨ 'ਚ ਵੀ ਬਹੁਤ ਨਾਰਮਲ ਲੱਗਦੀ ਹੈ, ਪਰ ਇਸ ਦੇ ਵੱਡੇ ਸਿੰਪਟਮਸ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ, ਇਹ ਕਈ ਵਾਰ ਚਿੰਤਾ ਦਾ ਵਿਸ਼ਾ ਬਣ ਜਾਂਦੇ ਆ। हर पिठ दर्द ਦੇ ਵਿੱਚ ਸਰਜਰੀ ਦੀ ਲੋੜ ਨਹੀਂ ਹੈ, ਇਹ ਵੀ ਬਿਲਕੁਲ ਸਹੀ ਗੱਲ ਹੈ, ਪਰ ਬਹੁਤ ਵਾਰ ਐਵੇਂ ਹੁੰਦਾ ਹੈਗਾ ਕਿ ਸਾਨੂੰ ਸਰਜਰੀ ਦੀ ਜ਼ਰੂਰਤ ਹੈਗੀ ਹੈ। ਨਸ ਤੇ ਇੰਨਾ ਜ਼ਿਆਦਾ ਦਬਾਅ ਪੈ ਰਿਹਾ ਕਿ ਕਿਸੇ ਇਨਸਾਨ ਦਾ ਪੈਰ ਡਿੱਗਣਾ ਸ਼ੁਰੂ ਹੋ ਗਿਆ ਜਾਂ ਉਹਨੂੰ ਪਿਸ਼ਾਬ ਕਰਨ 'ਚ ਜ਼ੋਰ ਲਾਣਾ ਪੈ ਰਿਹਾ ਹੈ। ਸੋ ਇਹ ਕੁਝ ਕਾਰਨ ਹੈ ਜਿਨ੍ਹਾਂ ਵਿੱਚ ਕੋਈ ਹੋਰ ਤਰੀਕਾ ਹੀ ਨਹੀਂ ਹੈ ਸਿਵਾਏ ਇਸ ਦੇ ਕਿ ਆਪਰੇਸ਼ਨ ਕਰਕੇ ਹੀ ਆਪਾਂ ਉਸ ਪੈਰ ਨੂੰ ਡਿੱਗਣ ਤੋਂ ਬਚਾ ਸਕੀਏ। MRI जब टेस्ट अपना कराया जाता है या एक्सरेज कराए जाते हैं, ਉਹਦੇ ਨਾਲ ਕਈ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀ ਮਾਲੂਮ ਪੈਂਦੀਆਂ ਜਿਹਦੇ ਵਿੱਚ ਕੋਈ ਦਵਾਈ ਇਲਾਜ ਨਹੀਂ ਕਰ ਸਕਦੀ। ਲਗਭਗ ਪਿਛਲੇ 20 ਸਾਲਾਂ ਤੋਂ ਮੈਂ ਇਸ ਸਪਾਈਨ ਦੇ ਆਪਰੇਸ਼ਨ ਕਰ ਰਿਹਾ ਤੇ ਬਹੁਤ ਹੀ ਜ਼ਿਆਦਾ ਐਡਵਾਂਸਮੈਂਟਸ ਇਹਨਾਂ ਸਪਾਈਨ ਸਰਜਰੀਜ਼ ਦੇ ਵਿੱਚ ਹੋਈ ਹੈ। ਰਿਜ਼ਲਟਸ ਬਹੁਤ ਹੀ ਬਿਹਤਰ ਹੋ ਗਏ। ਮੈਂ ਆਪਣੇ ਹੀ ਖੁਦ ਦੇ ਐਕਸਪੀਰੀਅੰਸ ਕਵਾਂ ਤਾਂ ਜਿਹੜਾ ਆਪਰੇਸ਼ਨ ਮੈਂ 20 ਸਾਲ ਪਹਿਲਾਂ 8-8 ਘੰਟੇ ਲਾ ਕੇ ਕਰਦਾ ਸੀ, ਹੁਣ ਉਹ 1 ਘੰਟੇ 1.5 ਘੰਟੇ 'ਚ ਵੀ ਹੋ ਜਾਂਦਾ ਹੈ। ਆਪਾਂ ਸੁਣਦੇ ਹਾਂ ਕਿ ਆਪਰੇਸ਼ਨ ਹੋਇਆ, ਉਸ ਤੋਂ ਕੁਝ ਸਮੇਂ ਬਾਅਦ ਹੀ ਮਰੀਜ਼ ਨੂੰ ਖੜਾ ਕਰ ਦਿੱਤਾ ਗਿਆ। ਕੁਝ ਇੱਦਾਂ ਦੀ ਐਡਵਾਂਸਮੈਂਟਸ ਵੀ ਹੋਈਆਂ ਨੇ। ਸੋ ਮੇਰੀ ਇਹੀ ਤੁਹਾਨੂੰ ਲੋਕਾਂ ਦੇ ਵਾਸਤੇ ਇੱਕ ਸਲਾਹ ਹੈਗੀ ਹੈ, ਉਹਨਾਂ ਨੂੰ ਦੱਸਣਾ ਹੈਗਾ ਕਿ ਸਮੇਂ ਸਿਰ ਕੀਤਾ ਗਿਆ ਸਪਾਈਨ ਦਾ ਆਪਰੇਸ਼ਨ ਹਮੇਸ਼ਾ ਸਕਸੈਸਫੁਲ ਹੋਏਗਾ। ਸਪਾਈਨ ਸਰਜਰੀ ਜਿਵੇਂ ਮੈਂ ਦੱਸਿਆ ਕਿ ਇੱਕ ਕਲਾ ਹੈਗੀ ਹੈ। ਆਪਰੇਸ਼ਨ ਕਰਕੇ ਆਪਾਂ ਨੇ ਉਸ ਲਾਇਕਤਾ ਬਣਾਤਾ ਕਿ ਮਰੀਜ਼ ਹੁਣ ਠੀਕ ਹੋ ਸਕਦਾ ਹੈ, ਪਰ ਉਸ ਤੋਂ ਬਾਅਦ ਦਾ ਰੋਲ ਬਹੁਤ ਇੰਪੋਰਟੈਂਟ ਹੈ। ਅੱਜ ਕੱਲ੍ਹ ਲੋਕੀ ਕੰਪਿਊਟਰ ਤੇ ਬੈਠੇ ਰਹਿੰਦੇ ਹੈਗੇ ਟੇਢੇ ਜਿਹੇ ਹੋ ਕੇ। ਬੱਚਿਆਂ ਨੂੰ ਆਦਤ ਹੁੰਦੀ ਹੈਗੀ ਬਿਸਤਰੇ ਤੇ ਪੈ ਕੇ ਹੀ ਪੜੀ ਜਾਣ ਜਾਂ ਕੁਝ ਕੰਮ ਕਰੀ ਜਾਣ। ਪੋਸਚਰ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਹਰ ਦੂਜੇ ਇਨਸਾਨ ਦੇ ਵਿੱਚ ਇੱਕ ਅਜਿਹੀ ਪ੍ਰੋਬਲਮ ਹੈ ਕਿ ਅਜਿਹੀ ਦਿੱਕਤ ਹੈ ਜੋ ਆਮ ਤੌਰ ਤੇ ਦੇਖੀ ਜਾਂਦੀ ਹੈ। ਉਹ ਪ੍ਰੋਬਲਮ ਹੈ ਬੈਕ ਪੇਨ ਦੀ। ਇਹ ਪ੍ਰੋਬਲਮ ਕਈ ਵਾਰ ਤਾਂ ਦੇਖਣ ਨੂੰ ਬਹੁਤ ਨਾਰਮਲ ਜੀ ਲੱਗਦੀ ਹੈ। ਇਹ ਪ੍ਰੋਬਲਮ ਕਈ ਵਾਰ ਸੁਣਨ 'ਚ ਵੀ ਬਹੁਤ ਨਾਰਮਲ ਲੱਗਦੀ ਹੈ, ਪਰ ਇਸ ਦੇ ਵੱਡੇ ਸਿੰਪਟਮਸ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ, ਇਹ ਕਈ ਵਾਰ ਚਿੰਤਾ ਦਾ ਵਿਸ਼ਾ ਬਣ ਜਾਂਦੇ ਆ। ਫਿਰ ਭਾਵੇਂ ਉਹ ਲੱਤਾਂ ਦਾ ਸੁੰਨ ਹੋਣਾ ਹੋਵੇ, ਪਿੱਠ ਦੇ ਵਿੱਚ ਪਈ ਚੁੱਕ ਹੋਵੇ, ਮਸਲਸ ਪੁੱਲ ਹੋਣ ਜਾਂ ਫਿਰ ਸਪਾਈਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ। ਇਹ ਕੁਝ ਵੱਡੇ ਕਾਰਨ ਹੁੰਦੇ ਨੇ ਜੋ ਕਿ ਇੱਕ ਪਿੱਠ ਦਰਦ ਨੂੰ, ਇੱਕ ਛੋਟੇ ਜਿਹੇ ਪਿੱਠ ਦਰਦ ਨੂੰ ਵੀ ਵੱਡਾ ਕਰ ਸਕਦੇ ਨੇ। ਹੋਰ ਕੀ ਕਾਰਨ ਹੁੰਦੇ ਨੇ, ਕਿਸ ਤਰੀਕੇ ਨਾਲ ਇਹ ਤੋਂ ਬਚਿਆ ਜਾ ਸਕਦਾ ਹੈ? ਕਈ ਵਾਰ ਅਸੀਂ ਇਹ ਵੀ ਸੁਣਿਆ ਕਿ ਡਾਕਟਰਸ ਜਿਹੜੇ ਨੇ ਇੱਕ ਨਾਰਮਲ ਪਿੱਠ ਦਰਦ ਨੂੰ ਵੱਡੀ ਸਰਜਰੀ ਬਣ ਜਾਂਦੀ ਹੈ, ਸਰਜਰੀ ਲਈ ਸੁਜੈਸਟ ਕਰ ਦਿੰਦੇ ਨੇ। ਕੀ ਕਾਰਨ ਹੈ? ਇਸ ਬਾਬਤ ਸਾਡੇ ਨਾਲ ਅੱਜ ਗੱਲ ਕਰਨ ਲਈ ਪਟਿਆਲਾ ਦੇ AP ਟਰਾਮਾ ਸੈਂਟਰ ਤੋਂ, ਜੋ ਕਿ ਛੋਟੀ ਬਾਰਾਦਰੀ 'ਚ ਮੌਜੂਦ ਹੈ, ਉੱਥੋਂ ਦੇ ਡਾਕਟਰ ਅਰੁਣ ਭੰਡਾਰੀ ਸਾਡੇ ਨਾਲ ਮੌਜੂਦ ਨੇ। ਸੋ ਗੱਲਬਾਤ ਕਰ ਲੈਂਦੇ ਹਾਂ। ਸੋ ਅਰੁਣ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ 'ਤੇ ਜੀ। ਸਤਿ ਸ਼੍ਰੀ ਅਕਾਲ ਸਾਹਿਲ ਜੀ, ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਜਿੱਦਾਂ ਤੁਸੀਂ ਸੁਣਿਆ ਵੀ ਹੋਏਗਾ, ਮੈਂ ਇੰਟਰੋਡਕਸ਼ਨ 'ਚ ਗੱਲ ਕਹੀ ਹੈ ਕਿ ਕਈ ਵਾਰੀ ਇੱਕ ਛੋਟੀ ਜੀ ਨਾਰਮਲ ਜੀ ਪੇਨ ਜਿਹੜੀ ਪੇਟ 'ਚ ਉੱਠਦੀ ਹੈ, ਉਹ ਸਰਜਰੀ ਦਾ ਵੱਡਾ ਕਾਰਨ ਬਣ ਜਾਂਦੀ ਹੈ। ਡਾਕਟਰਸ ਸਰਜਰੀ ਨੂੰ ਪ੍ਰਿਸਕ੍ਰਾਈਬ ਕਰ ਦਿੰਦੇ ਨੇ। ਕੀ ਲੱਗਦਾ ਕਿ ਇੱਦਾਂ ਦਾ ਕਿਹੜਾ ਕਾਰਨ ਹੈ ਜੋ ਇੱਕ, ਜੇ ਮੈਂ ਗੱਲ ਕਰਾਂ ਕਿ ਮੈਂ ਆਪਣੀ ਐਗਜ਼ਾਮਪਲ ਲੈ ਕੇ ਚੱਲਾਂ, ਮੇਰੇ ਪੇਟ ਦੁਖੀ ਤੇ ਮੈਨੂੰ ਸਰਜਰੀ ਕਿਸੇ ਨੇ ਕਹਿ ਦਿੱਤਾ, ਕੀ ਕਾਰਨ ਹੁੰਦਾ ਕਿ ਇੱਕ ਨਾਰਮਲ ਪੇਟ ਦਰਦ ਨੂੰ ਜਿਹੜਾ ਹੈ ਉਹ ਐਂਡ ਇੱਕ ਸਰਜਰੀ 'ਤੇ ਜਾ ਕੇ ਹੁੰਦਾ ਕਿ ਮਰੀਜ਼ ਨੂੰ ਸਰਜਰੀ ਕਰਾਉਣੀ ਪੈਂਦੀ ਹੈ?
ਸਾਹਿਲ ਜੀ, ਤੁਸੀਂ ਠੀਕ ਕਿਹਾ ਕਿ ਪਿੱਠ ਦਰਦ ਇੱਕ ਬਹੁਤ ਹੀ ਆਮ ਬਿਮਾਰੀ ਬਣ ਚੁੱਕੀ ਹੈ ਅੱਜ ਦੀ ਤਾਰੀਖ ਦੇ ਵਿੱਚ। ਹਰ ਪਿੱਠ ਦਰਦ ਦੇ ਵਿੱਚ ਸਰਜਰੀ ਦੀ ਲੋੜ ਨਹੀਂ ਹੈ, ਇਹ ਵੀ ਬਿਲਕੁਲ ਸਹੀ ਗੱਲ ਹੈ, ਪਰ ਬਹੁਤ ਵਾਰ ਐਵੇਂ ਹੁੰਦਾ ਹੈਗਾ ਕਿ ਸਾਨੂੰ ਸਰਜਰੀ ਦੀ ਜ਼ਰੂਰਤ ਹੈਗੀ ਹੈ। ਜਿਹੜੀ ਆਪਣੀ ਰੀੜ੍ਹ ਦੀ ਹੱਡੀ ਹੈ ਉਹਦੇ ਵਿਚਾਲੋਂ ਕੁਝ ਨਸਾਂ ਜਿਹੜੀ ਦਿਮਾਗ ਤੋਂ ਨਿਕਲਦੀਆਂ ਉਹ ਜਾਂਦੀਆਂ ਹੈਗੀਆਂ। ਨਸਾਂ ਦਾ ਇੱਕ ਬਹੁਤ ਵੱਡਾ ਕਰੈਕਟਰ ਹੈ ਕਿ ਜਦ ਤੱਕ ਤਾਂ ਉਹਦੇ 'ਚ ਜਾਨ ਹੈ ਤਦ ਤੱਕ ਤਾਂ ਆਪਾਂ ਜੇ ਉਹਦਾ ਟਰੀਟਮੈਂਟ ਕਰਦਾ ਤਾਂ ਸਭ ਗੱਲ ਠੀਕ ਹੋ ਸਕਦੀ ਹੈ। ਇੱਕ ਵਾਰ ਉਹਦੀ ਜਾਨ ਖਤਮ ਹੋ ਗਈ, ਫਿਰ ਭਾਵੇਂ ਆਪਰੇਸ਼ਨ, ਭਾਵੇਂ ਦਵਾਈਆਂ, ਕੁਝ ਵੀ ਕਰ ਲਓ, ਪਰ ਉਹ ਠੀਕ ਨਹੀਂ ਹੋ ਸਕਦਾ। ਸੋ ਸਮਝਦਾਰੀ ਦੇ ਨਾਲ ਉਹਦੀ ਟਰੀਟਮੈਂਟ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਕਈ ਵਾਰ ਸਾਨੂੰ ਪਿੱਠ ਦਰਦ ਦੇ ਵਾਸਤੇ ਵੀ ਆਪਰੇਸ਼ਨ ਕਰਨੇ ਪੈ ਜਾਂਦੇ ਹੈਗੇ ਆ। ਇਸ ਦਾ ਸਭ ਤੋਂ ਪਹਿਲਾ ਕਾਰਨ ਤੇ ਇਹ ਹੈ, ਕਈ ਵਾਰੀ ਪਿੱਠ ਦਰਦ ਦੇ ਕਾਰਨ ਜਿਹੜੀ ਡਿਸਕ ਦੀ ਤਕਲੀਫ ਜਾਂ ਕੋਈ ਨਸ 'ਤੇ ਇੰਨਾ ਜ਼ਿਆਦਾ ਦਬਾਅ ਪੈ ਰਿਹਾ ਕਿ ਕਿਸੇ ਇਨਸਾਨ ਦਾ ਪੈਰ ਡਿੱਗਣਾ ਸ਼ੁਰੂ ਹੋ ਗਿਆ ਜਾਂ ਉਹਨੂੰ ਪਿਸ਼ਾਬ ਕਰਨ 'ਚ ਜ਼ੋਰ ਲਾਣਾ ਪੈ ਰਿਹਾ ਹੈ। ਸੋ ਇਹ ਕੁਝ ਕਾਰਨ ਹੈ ਜਿਹਦਾ ਵਿੱਚ ਕੋਈ ਹੋਰ ਤਰੀਕਾ ਹੀ ਨਹੀਂ ਹੈ ਸਿਵਾਏ ਇਸ ਦੇ ਕਿ ਆਪਰੇਸ਼ਨ ਕਰਕੇ ਹੀ ਆਪਾਂ ਉਸ ਪੈਰ ਨੂੰ ਡਿੱਗਣ ਤੋਂ ਬਚਾ ਸਕੀਏ, ਠੀਕ ਕਰ ਸਕੀਏ, ਜਾਂ ਟਾਈਮਲੀ ਉਸ ਦਾ ਆਪਰੇਸ਼ਨ ਕਰਕੇ ਪਿਸ਼ਾਬ ਜਿਹੜਾ ਰੁਕਾਵਟ ਹੋ ਰਿਹਾ ਹੈ ਉਹਨੂੰ ਰੋਕ ਸਕੀਏ, ਉਹਨੂੰ ਠੀਕ ਕਰ ਸਕੇ। ਨਹੀਂ ਤਾਂ ਉਹ ਪਰਮਾਨੈਂਟ ਡੈਮੇਜ ਹੋ ਗਿਆ ਤਾਂ ਨਲੀ ਦੇ ਨਾਲ ਹੀ ਪੂਰੀ ਜ਼ਿੰਦਗੀ ਕਈ ਵਾਰ ਕੱਢਣੀ ਪੈ ਜਾਂਦੀ ਹੈਗੀ ਹੈ। ਇਸ ਤੋਂ ਇਲਾਵਾ ਵੀ ਕਈ ਕਾਰਨ ਜਿਨ੍ਹਾਂ ਵਿੱਚ ਜੇ ਆਪਾਂ ਉਹਦੇ ਵਿੱਚ ਇਨਵੈਸਟੀਗੇਟ ਕਰੀਏ ਤਾਂ ਕੋਈ ਰਸੌਲੀ ਨਿਕਲੇ ਰੀੜ੍ਹ ਦੀ ਹੱਡੀ ਦੇ ਵਿੱਚ, MRI ਜਦ ਟੈਸਟ ਆਪਣਾ ਕਰਾਇਆ ਜਾਂਦਾ ਹੈ ਜਾਂ ਐਕਸਰੇਜ਼ ਕਰਾਏ ਜਾਂਦੇ ਹੈਗੇ, ਉਹਦੇ ਨਾਲ ਕਈ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀ ਮਾਲੂਮ ਪੈਂਦੀਆਂ ਜਿਹਦੇ ਵਿੱਚ ਕੋਈ ਦਵਾਈ ਇਲਾਜ ਨਹੀਂ ਕਰ ਸਕਦੀ। ਸੋ ਇਹ ਆਪਣਾ ਮੰਨਣਾ ਕਿ ਪਿੱਠ ਦੀ ਦਰਦ ਦੇ ਵਿੱਚ ਹਮੇਸ਼ਾ ਆਪਰੇਸ਼ਨ ਕਰਨਾ ਇਹ ਵੀ ਠੀਕ ਨਹੀਂ ਹੈ, ਪਰ ਨਾਲੇ ਨਾਲ ਇਹ ਵੀ ਜ਼ਰੂਰੀ ਹੈ ਕਿ ਕੁਝ ਕਾਰਨਾਂ ਦੇ ਵਿੱਚ ਦਵਾਈਆਂ ਕੰਮ ਨਹੀਂ ਕਰ ਸਕਦੀ, ਉਹਨਾਂ ਵਿੱਚ ਆਪਰੇਸ਼ਨ ਹੀ ਕਰਨਾ ਪੈਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪਿਸ਼ਾਬ ਦੀ ਰੁਕਾਵਟ ਹੋਣਾ, ਪੈਰ ਦਾ ਡਿੱਗਣਾ, ਕੋਈ ਰੀੜ੍ਹ ਦੀ ਹੱਡੀ ਦੇ ਵਿੱਚ ਰਸੌਲੀ ਦਾ ਹੋਣਾ, ਜਾਂ ਸੱਟ ਲੱਗ ਕੇ ਉਹ ਅੰਦਰ ਨੂੰ ਹੱਡੀ ਨਾਲ ਧੱਸ ਜਾਣਾ, ਜਾਂ ਸਾਡੀ ਸਪਾਈਨ ਜਿਹੜੀ ਸਟੇਬਲ ਜੇ ਨਹੀਂ ਹੋਏਗੀ ਫਿਰ ਆਪਾਂ ਨੂੰ ਕਰਨਾ ਹੀ ਪਊਗਾ। ਕਈ ਵਾਰੀ ਦੇਖਣ ਨੂੰ ਸਾਹਮਣੇ ਆਉਂਦਾ ਹੈ ਕਿ ਤੁਸੀਂ ਦੱਸਿਆ ਪੈਰ ਡਿੱਗਣਾ, ਪੈਰਾਂ 'ਚ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ। ਕਿਸ ਤਰੀਕੇ ਨਾਲ ਪਤਾ ਚੱਲਦਾ ਹੈ ਕਿ, ਕਿਉਂਕਿ ਕਈ ਵਾਰੀ ਇਹ ਵੀ ਸੁਣਨ 'ਚ ਆਉਂਦਾ ਹੈ ਕਿ ਮਰੀਜ਼ ਸ਼ਿਕਾਇਤ ਕਰਦੇ ਨੇ ਕਿ ਅਸੀਂ ਡਾਕਟਰ ਕੋਲ ਗਏ ਔਰ ਡਾਕਟਰ ਨੇ ਜਾਂਦੇ ਸਾਨੂੰ ਸਰਜਰੀ ਕਹਿ ਦਿੱਤਾ, ਪਰ ਇਹਦੇ ਲਈ ਅਸਲ ਦੇ ਵਿੱਚ ਕਿਹੜੇ ਅਜਿਹੇ ਟੈਸਟ ਨੇ ਜਿਨ੍ਹਾਂ ਤੋਂ ਇਹ ਗੱਲ ਦਾ ਪ੍ਰੂਫ ਲਿੱਤਾ ਜਾ ਸਕਦਾ ਹੈ ਕਿ ਵਾਕਈ ਸਰਜਰੀ ਦੀ ਬੇਹੱਦ ਜ਼ਰੂਰਤ ਹੈ, ਨਹੀਂ ਤਾਂ ਕੰਡੀਸ਼ਨਸ ਹੋਰ ਖਰਾਬ ਹੋ ਸਕਦੀਆਂ ਨੇ? ਬਿਨਾਂ ਟੈਸਟਾਂ ਤੋਂ ਤਾਂ ਖੈਰ ਆਪਰੇਸ਼ਨ ਦਾ ਕੋਈ ਮਤਲਬ ਹੀ ਨਹੀਂ, ਪਰ ਜਿਵੇਂ ਸਾਨੂੰ ਸਿਖਾਇਆ ਗਿਆ ਤਾਂ ਟ੍ਰੈਡੀਸ਼ਨਲੀ ਕਿਹਾ ਗਿਆ ਸਭ ਤੋਂ ਪਹਿਲੀ ਚੀਜ਼ ਹੈ ਕਲੀਨਿਕਲ ਐਗਜ਼ਾਮੀਨੇਸ਼ਨ। ਸੋ ਪੇਸ਼ੈਂਟ ਨੂੰ ਦੇਖਣਾ, ਉਹਦੇ ਰਿਫਲੈਕਸਿਸ ਚੈੱਕ ਕਰਨਾ, ਇਹ ਸਾਰੇ ਬੜੇ ਜ਼ਰੂਰੀ ਹੈ। ਇਹ ਸਾਨੂੰ ਇੱਕ ਰਾਹ ਪਾਉਂਦੇ ਹੈ ਕਿ ਆਪਾਂ ਕੀ ਕਰਨਾ ਚਾਹੀਦਾ ਹੈ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ, ਕਿਹੜਾ ਟੈਸਟ ਕਰਨਾ ਚਾਹੀਦਾ ਹੈ ਜਿਹਦੇ ਨਾਲ ਕਿ ਮਰੀਜ਼ ਨੂੰ ਆਪਾਂ ਕੁਝ ਠੀਕ ਕਰ ਸਕੀਏ। ਸੋ ਆਮ ਤੌਰ ਤੇ ਦੇਖੇ ਸਭ ਤੋਂ ਪਹਿਲਾ ਟੈਸਟ ਤਾਂ ਐਕਸਰੇ ਹੀ ਹੁੰਦਾ ਹੈਗਾ। ਐਕਸਰੇ ਸਾਨੂੰ ਰੀੜ੍ਹ ਦੀ ਹੱਡੀ ਦੇ ਬਾਰੇ ਜਾਣਕਾਰੀ ਦਿੰਦਾ ਹੈ ਕਿ ਉਹਦੀ ਕੋਈ ਦੱਬੀ ਤਾਂ ਨਹੀਂ ਹੋਈ, ਕੋਈ ਟੁੱਟੀ ਤਾਂ ਨਹੀਂ ਹੋਈ, ਕੋਈ ਹਿੱਲੀ ਤਾਂ ਨਹੀਂ ਹੋਈ, ਜੋੜ ਕੋਈ ਕਮਜ਼ੋਰ ਤਾਂ ਨਹੀਂ ਹੋ ਗਿਆ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਰੀੜ੍ਹ ਦੀ ਹੱਡੀ ਦੇ ਐਕਸਰੇ ਤੋਂ ਪਤਾ ਲੱਗਦਾ ਹੈਗਾ। ਨਸਾਂ ਨੂੰ ਜਾਣਨ ਵਾਸਤੇ ਕਿ ਕਿਤੇ ਕੋਈ ਨਸ ਦੇ ਉੱਪਰ ਦਬਾਅ ਤਾਂ ਨਹੀਂ, ਸਪਾਈਨਲ ਕਾਰਡ ਜਿਹੜੀ ਕਿ ਦਿਮਾਗ ਤੋਂ ਨਿਕਲਦੀ ਨਸਾਂ ਦੀ ਪੂਰੀ ਗੱਠ ਹੁੰਦੀ ਹੈਗੀ ਹੈ, ਉਹਦੇ ਬਾਰੇ ਜਾਣਨ ਵਾਸਤੇ ਸਾਡੇ ਵਾਸਤੇ MRI ਕਰਾਉਣਾ ਮਸਟ ਹੋ ਜਾਂਦਾ। ਤੇ ਅੱਜ ਕੱਲ੍ਹ ਬਹੁਤ ਹੀ ਚੰਗੀ ਸਹੂਲੀਅਤ ਹੈ, ਇੰਨੇ ਅੱਛੇ ਹਾਈ ਕੁਆਲਿਟੀ MRIs ਡਿਵੈਲਪ ਹੋ ਗਏ ਕਿ ਛੋਟੀ ਤੋਂ ਛੋਟੀ ਨਸ ਦਾ ਵੀ ਆਪਾਂ ਨੂੰ ਜਾਣਕਾਰੀ ਪ੍ਰੋਪਰਲੀ ਮਿਲ ਸਕਦੀ ਹੈ, ਤੇ ਉਹਦੇ ਬਿਨਾਂ ਦੇ ਉੱਪਰ ਆਪਾਂ ਉਹਦਾ ਟਰੀਟਮੈਂਟ ਕਰੀਏ ਤਾਂ ਰਿਜ਼ਲਟ ਵੀ ਉਹਨੇ ਹੀ ਚੰਗੇ ਆਣਗੇ। ਜੀ, ਤੁਸੀਂ ਜ਼ਿਕਰ ਕੀਤਾ ਹੈ ਕਿ MRI ਦੇ ਨਾਲ ਆਪਾਂ ਨਸ ਲੱਭ ਲਈਦੀ ਹੈ। ਕਈ ਤੁਸੀਂ ਕੁਝ ਕਾਰਨ ਵੀ ਦੱਸੇ ਨੇ, ਫਿਰ ਭਾਵੇਂ ਉਹ ਪੇਟ ਦੀ ਰਸੌਲੀ, ਨਸਾਂ ਦੇ ਵਿੱਚ ਰਸੌਲੀ ਹੋਵੇ, ਸਪਾਈਨ 'ਚ ਰਸੌਲੀ ਹੋਵੇ, ਜਾਂ ਫਿਰ ਡਿਸਕ ਦਾ ਹਿੱਲ ਜਾਣਾ ਹੋਵੇ, ਤੁਸੀਂ ਦੱਸਿਆ ਐਕਸੀਡੈਂਟ ਦਾ ਕਾਰਨ। ਕਿਹੜੀਆਂ ਟੈਕਨੋਲੋਜੀ ਦੇ ਨਾਲ ਇਹ ਸਰਜਰੀਜ਼ ਪੋਸੀਬਲ ਹੁੰਦੀਆਂ ਨੇ? ਫਰਜ਼ ਕੀਤਾ ਜਾਵੇ ਇੱਕ ਮਰੀਜ਼ ਹੈ ਜਿਹਦੀ ਪਿੱਠ ਦੇ ਵਿੱਚ ਦਰਦ ਉੱਠੀ, ਤੁਸੀਂ MRI ਕਰਾਈ, ਤੁਸੀਂ ਡਾਇਗਨੋਸ ਕਰ ਲਿਆ, ਕਿਹੜੀ ਟੈਕਨੋਲੋਜੀਜ਼ ਦੇ ਨਾਲ ਇਸ ਵਕਤ ਤੁਹਾਡੇ ਹਸਪੀਟਲ ਦੇ ਵਿੱਚ, ਜੇ ਮੈਂ ਗੱਲ ਕਰਾਂ ਤੇ ਸਪਾਈਨ ਦੀ ਸਰਜਰੀਜ਼ ਜਿਹੜੀਆਂ ਉਹ ਹੋ ਰਹੀਆਂ ਨੇ? ਲਗਭਗ ਪਿਛਲੇ 20 ਸਾਲਾਂ ਤੋਂ ਮੈਂ ਇਹ ਸਪਾਈਨ ਦੇ ਆਪਰੇਸ਼ਨ ਕਰ ਰਿਹਾ, ਤੇ ਬਹੁਤ ਹੀ ਜ਼ਿਆਦਾ ਐਡਵਾਂਸਮੈਂਟਸ ਇਹਨਾਂ ਸਪਾਈਨ ਸਰਜਰੀਜ਼ ਦੇ ਵਿੱਚ ਹੋਈ ਹੈ। ਪਹਿਲੇ ਬਹੁਤ ਵੱਡੇ ਚੀੜ ਫਾੜ ਕਰਕੇ ਆਪਰੇਸ਼ਨ ਕੀਤੇ ਜਾਂਦੇ ਸੀ, ਹੁਣ ਬਹੁਤ ਸਾਰੇ ਸਾਡੇ ਆਪਰੇਸ਼ਨ ਦੂਰਬੀਨ ਰਾਹੀਂ, ਮਾਈਕਰੋਸਕੋਪ ਰਾਹੀਂ, ਜਾਂ ਸਾਡੀ ਜਿਹੜੀ ਮਸ਼ੀਨ ਸੀਆ ਮਸ਼ੀਨ ਕਹਿੰਦੇ ਆ, ਜਿਹੜਾ ਮਤਲਬ ਇੱਕ ਤਰ੍ਹਾਂ ਨਾਲ ਕੰਪਿਊਟਰ ਦੇ ਵਿੱਚ ਵੇਖ ਕੇ ਹੱਡੀ ਦੇ ਵਿੱਚ ਘੁਸ ਕੇ ਆਪਾਂ ਉਹਦਾ ਇਲਾਜ ਕਰੀਏ, ਇਸ ਤਰ੍ਹਾਂ ਦੀ ਐਡਵਾਂਸਮੈਂਟਸ ਹੋ ਗਈਆਂ। ਬੜੀ ਚੰਗੀਆਂ ਡਰਿਲ ਮਸ਼ੀਨਾਂ
ਜਿਹਦੇ ਨਾਲ ਕਿ ਹੱਡੀ ਨੂੰ ਕਿਸ ਤਰ੍ਹਾਂ ਆਪਾਂ ਕੱਟ ਕੇ ਅੰਦਰ ਜਾ ਸਕਦੇ ਹਾਂ। ਇਹ ਸਾਰੀਆਂ ਐਡਵਾਂਸਮੈਂਟ ਟੈਕਨੋਲੋਜੀ 'ਚ ਹੋ ਗਈਆਂ ਜਿਹਦੇ ਨਾਲ ਕਿ ਰਿਜ਼ਲਟਸ ਬਹੁਤ ਹੀ ਬਿਹਤਰ ਹੋ ਗਏ। ਮੈਂ ਆਪਣੇ ਹੀ ਖੁਦ ਦੇ ਐਕਸਪੀਰੀਅੰਸ ਕਵਾਂ ਤਾਂ ਜਿਹੜਾ ਆਪਰੇਸ਼ਨ ਮੈਂ 20 ਸਾਲ ਪਹਿਲਾਂ 8-8 ਘੰਟੇ ਲਾ ਕੇ ਕਰਦਾ ਸੀ, ਹੁਣ ਉਹ 1 ਘੰਟੇ 1.5 ਘੰਟੇ 'ਚ ਵੀ ਹੋ ਜਾਂਦਾ ਹੈ। ਤੇ ਜਿਹੜੇ ਰਿਜ਼ਲਟ ਇੰਨੇ ਵਧੀਆ ਨਹੀਂ ਆ ਸਕਦੇ ਹੁੰਦੇ ਸੀਗੇ, ਹੁਣ ਆਲਮੋਸਟ ਨਾਰਮਲ ਜਿਹਾ ਉਸ ਦੇ ਵਿੱਚ ਹੋ ਜਾਂਦਾ ਇਨਸਾਨ। ਸੋ ਉਹ ਬਹੁਤ ਵਧੀਆ ਐਡਵਾਂਸਮੈਂਟ ਹੈਗੀ ਹੈ ਆਪਣੇ ਵਾਸਤੇ। ਐਡਵਾਂਸਮੈਂਟਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਕਈ ਵਾਰੀ ਆਪਾਂ ਸੁਣਦੇ ਹਾਂ ਕਿ ਆਪਰੇਸ਼ਨ ਹੋਇਆ ਉਸ ਤੋਂ ਕੁਝ ਸਮੇਂ ਬਾਅਦ ਹੀ ਮਰੀਜ਼ ਨੂੰ ਖੜਾ ਕਰ ਦਿੱਤਾ ਗਿਆ। ਕੁਝ ਇਦਾਂ ਦੀ ਐਡਵਾਂਸਮੈਂਟਸ ਵੀ ਹੋਈਆਂ ਨੇ ਜੀ? ਬਿਲਕੁਲ ਜੀ। ਪਹਿਲਾਂ ਕਿਹਾ ਜਾਂਦਾ ਸੀ ਕਿ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਮਤਲਬ ਹੈ ਤੁਸੀਂ ਮਹੀਨਾ 1.5 ਮਹੀਨਾ ਪਏ ਰਹੋ, ਕੋਈ ਸਿੱਧਾ ਪਏ ਹੋ ਜਾਂ ਉਲਟਾ ਪਏ, ਤੁਰਨਾ ਤਾਂ ਹੈ ਹੀ ਨਹੀਂ, ਐਵੇਂ ਦੀ ਇੰਸਟਰਕਸ਼ਨਸ ਡਾਕਟਰ ਆਮ ਤੌਰ ਤੇ ਦਿੰਦੇ ਸੀ। ਹੁਣ ਉਹ ਕਨਸੈਪਟ ਬਿਲਕੁਲ ਖਤਮ ਹੋ ਗਿਆ। ਸਾਡੇ ਤਾਂ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਮਰੀਜ਼ ਨੂੰ ਛੇਤੀ ਤੋਂ ਛੇਤੀ ਤੁਰਨ ਜੋਗਾ ਕਰਨਾ। ਆਮ ਤੌਰ ਤੇ ਜਿਹੜੇ ਵੀ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਹੁੰਦੇ ਹੈ, ਕਿਉਂਕਿ ਉਹਨਾਂ ਦੇ ਵਿੱਚ ਹੁਣ ਇੰਨੇ ਵਧੀਆ ਇੰਪਲਾਂਟਸ ਬਣ ਗਏ, ਇੰਨੇ ਚੰਗੇ ਸਕਰੂਜ਼ ਰੋਡਸ ਲੱਗਦੀਆਂ ਹੈਗੀਆਂ ਕਿ ਆਪਣਾ ਪਰਪਸ ਹੁੰਦਾ ਉਹਨੂੰ ਸੈਕਿੰਡ ਡੇ ਹੀ ਉਹਨੂੰ ਐਟਲੀਸਟ ਬਿਠਾ ਦਈਏ। ਜੇ ਤੋੜ ਸਕੀਏ ਤਾਂ ਹੋਰ ਵੀ ਵਧੀਆ, ਜੇ ਦਰਦ ਨੂੰ ਆਪਾਂ ਕੰਟਰੋਲ ਕਰਕੇ ਉਸ ਨੂੰ ਤੋੜ ਸਕੀਏ ਤਾਂ ਬਹੁਤ ਵਧੀਆ। ਤਾਂ ਉਨੀ ਹੀ ਛੇਤੀ ਉਹ ਰੀਹੈਬਿਲਿਟੇਸ਼ਨ ਹੁੰਦੀ ਹੈ ਤੇ ਮਰੀਜ਼ ਠੀਕ ਹੁੰਦਾ। ਸੋ ਉਹ ਮਿਥ ਬਿਲਕੁਲ ਹੀ ਹੁਣ ਬਦਲ ਚੁੱਕੀ ਹੈ ਕਿ ਜਿਹੜਾ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੈ ਉਸ ਤੋਂ ਬਾਅਦ ਆਪਾਂ ਨੂੰ ਸਿੱਧੇ ਪਾ ਕੇ ਰੱਖਣਾ ਹੈ ਮਰੀਜ਼ ਨੂੰ। ਤੁਰਨਾ ਫਿਰਨਾ ਹੀ ਸਾਡੇ ਵਾਸਤੇ ਹੁਣ ਮੋਰ ਇੰਪੋਰਟੈਂਟ ਹੈਗਾ ਤੇ ਉਹਦੇ ਨਾਲ ਹੀ ਚੰਗੇ ਰਿਜ਼ਲਟ ਆਉਂਦੇ ਹੈ। ਇੱਕ ਸਰਲ ਭਾਸ਼ਾ ਜੇ ਮੈਂ ਤੁਹਾਡੇ ਕੋਲ ਪੁੱਛਾਂ ਤੇ ਅਜਿਹੀ ਕਿਹੜੀ ਟੈਕਨੋਲੋਜੀ ਹੈ, ਜੇ ਆਪਾਂ ਇੱਕ ਨਾਮ ਲੈਣਾ ਹੋਵੇ ਟੈਕਨੋਲੋਜੀਜ਼ ਦਾ, ਕਿਹੜੀਆਂ ਟੈਕਨੋਲੋਜੀਜ਼ ਨੇ ਜਿਹਦੇ ਨਾਲ ਸਪਾਈਨ ਦੀ ਜਿਹੜੀ ਸਰਜਰੀ ਆ ਉਹ ਫਟਾਫਟ ਕੀਤੀ ਜਾ ਸਕਦੀ? ਜਿੱਦਾਂ ਤੁਸੀਂ ਆਪ ਵੀ ਕਿਹਾ ਕਿ ਪਹਿਲਾਂ 8-8 ਘੰਟੇ ਲੱਗ ਜਾਂਦੇ ਸੀ, ਹੁਣ 1-1.5 ਘੰਟੇ ਦੇ ਵਿੱਚ ਸਰਜਰੀ ਕੰਪਲੀਟ ਹੋ ਜਾਂਦੀ ਹੈ ਔਰ ਮਰੀਜ਼ ਨਾਲ ਖੜਾ ਵੀ ਕਰ ਦਿੱਤਾ ਜਾਂਦਾ। ਕਿਹੜੀਆਂ ਅਜਿਹੀਆਂ ਟੈਕਨੋਲੋਜੀਜ਼ ਨੇ ਜੇ ਸਰਲ ਭਾਸ਼ਾ ਦੇ ਵਿੱਚ ਇੱਕ ਆਮ ਇਨਸਾਨ ਨੇ ਜਾਣਨੀ ਹੋਵੇ ਜਾਂ ਕਿਸੇ ਤੋਂ ਵੀ ਨੌਲੇਜ ਹੋਵੇ, ਭਾਵੇਂ ਉਹ ਤੁਹਾਡੇ ਕੋਲ ਤੁਸੀਂ ਨਿਊਰੋ ਸਰਜਨ ਹੋ ਤੁਹਾਡੇ ਕੋਲ ਲਿੱਤੀ ਜਾ ਸਕਦੀ ਹੈ, ਹੋਰ ਵੀ ਕਿਸੇ ਸਰਜਨ ਕੋਲ ਜਾ ਕੇ ਲੈਂਦੇ ਨੇ? ਕਿਹੜੀ ਟੈਕਨੋਲੋਜੀਜ਼ ਨੇ? ਟੈਕਨੋਲੋਜੀ ਆਪਣਾ ਇੱਕ ਟਰਮ ਹੈ, ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਮਿਨੀਮਲ ਇਨਵੇਸਿਵ ਸਪਾਈਨ ਸਰਜਰੀ। ਇਸ ਤੋਂ ਮਤਲਬ ਹੈਗਾ ਘੱਟੋ ਘੱਟ ਚੀੜ ਫਾੜ ਦੇ ਵਿੱਚ ਇਸ ਚੀਜ਼ ਦਾ ਆਪਰੇਸ਼ਨ ਕਰਨਾ। ਜਿਵੇਂ ਆਪਾਂ ਬੜਾ ਸੁਣ ਚੁੱਕੇ ਹੈਗੇ ਕਿ ਪੇਟ ਦੇ ਆਪਰੇਸ਼ਨਾਂ ਦੇ ਵਿੱਚ ਲੈਪਰੋਸਕੋਪੀ ਹੋ ਗਈ, ਦੂਰਬੀਨ ਨਾਲ ਆਪਾਂ ਪੇਟ 'ਚ ਚਲੇ ਜਾਂਦੇ ਹਾਂ, ਪਿੱਤੇ ਦੇ ਆਪਰੇਸ਼ਨ ਫਟਾਫਟ ਹੋ ਜਾਂਦੇ ਹੈਗੇ ਜਿਹੜਾ ਕਿ ਪਹਿਲਾਂ ਨਹੀਂ ਹੁੰਦੇ ਸੀ। ਇਸੇ ਤਰ੍ਹਾਂ ਸਪਾਈਨ ਦੇ ਵਿੱਚ ਵੀ ਅਸੀਂ ਐਂਡੋਸਕੋਪਿਕ ਸਪਾਈਨ ਸਰਜਰੀਜ਼ ਕਰਦੇ ਨੇ। ਡਿਸਕ ਵਗੈਰਾ ਜਿਹੜੇ ਹੁੰਦੀਆਂ ਹੈਗੀਆਂ ਜਾਂ ਨਸਾਂ ਦਬਦੀਆਂ ਹੈਗੀਆਂ, ਉਹ ਛੋਟੇ ਜਿਹੇ ਛੇਦ ਜਿਹਦੇ ਨਾਲ ਕਿ ਸਿਰਫ ਸਾਨੂੰ ਐਂਡੋਸਕੋਪ ਨੂੰ ਅੰਦਰ ਲੈ ਕੇ ਜਾਣਾ ਹੈਗਾ, ਉਹਦੇ ਨਾਲ ਹੀ ਉਸ ਥਾਂ 'ਤੇ ਪਹੁੰਚ ਕੇ ਉਹਦਾ ਆਪਰੇਸ਼ਨ ਕਰਨਾ, ਨਾ ਕਿ ਪਹਿਲਾਂ ਜਿਵੇਂ ਚੀੜ ਫਾੜ ਕਰਕੇ ਕਰਨਾ ਪੈਂਦਾ ਸੀ। ਸੋ ਇਹ ਇੱਕ ਬਹੁਤ ਵੱਡੀ ਐਡਵਾਂਸਮੈਂਟ ਹੈ। ਔਰ ਕੁਝ ਬਿਮਾਰੀਆਂ ਦੇ ਵਿੱਚ ਜਿਵੇਂ ਕਿ ਬਜ਼ੁਰਗਾਂ ਦੇ ਵਿੱਚ ਹੱਡੀ ਜਿਹੜੀ ਦਬ ਜਾਂਦੀ ਹੈ, ਟੁੱਟ ਜਾਂਦੀ ਹੈ, ਉਹਦੇ ਵਿੱਚ ਅਸੀਂ ਹੱਡੀ ਦੇ ਵਿੱਚ ਸੀਮੈਂਟ ਭਰ ਦਿੰਦੇ ਹੈਗੇ ਤਾਂ ਕਿ ਉਹ ਹੱਡੀ ਖੁੱਲ ਜਾਏ, ਮਜ਼ਬੂਤ ਹੋ ਜਾਏ। ਤੇ ਉਹਦੇ ਵਿੱਚ ਸਭ ਤੋਂ ਵਧੀਆ ਗੱਲ ਹੈ ਕੋਈ ਚੀੜ ਫਾੜ ਦੀ ਲੋੜ ਹੀ ਨਹੀਂ ਹੈ। ਸਿਰਫ ਇੱਕ ਇੰਜੈਕਸ਼ਨ ਰਾਹੀਂ ਅਸੀਂ ਹੱਡੀ ਦੇ ਵਿੱਚ ਦੂਰ ਮਤਲਬ ਟੀਵੀ ਦੇ ਵਿੱਚ ਦੇਖ ਕੇ ਸੀਐਮ ਦੇ ਵਿੱਚ ਦੇਖ ਕੇ ਉਸ ਹੱਡੀ ਤੱਕ ਪਹੁੰਚਦੇ ਹੈਗੇ ਤੇ ਉਹ ਹੱਡੀ ਦੇ ਵਿੱਚ ਸੀਮੈਂਟ ਭਰ ਦਿੰਦੇ, ਹੱਡੀ ਭਰ ਜਾਂਦੀ ਹੈਗੀ ਹੈ ਤੇ ਉਹ ਸਖਤ ਹੋ ਜਾਂਦੀ ਹੈ। ਇਹ ਬਹੁਤ ਹੀ ਵੱਡੀ ਐਡਵਾਂਸਮੈਂਟ ਹੈਗੀ ਹੈ, ਸਪੈਸ਼ਲੀ ਓਲਡ ਏਜ ਦੇ ਵਿੱਚ, ਜਿਹਦੇ ਵਿੱਚ ਬਹੁਤ ਡਰ ਹੁੰਦਾ ਹੈ ਕਿ ਇੰਨੇ ਵੱਡੇ ਆਪਰੇਸ਼ਨ ਹੋਣਗੇ ਤਾਂ ਮਾਤਾ ਜੀ ਕਿਸ ਤਰ੍ਹਾਂ ਕਦ ਠੀਕ ਹੋਣਗੀ, 2 ਮਹੀਨੇ ਤਾਂ ਐਵੇਂ ਬਿਸਤਰੇ ਤੇ ਪਈ ਜਾਏਗੀ। ਪਰ ਨਹੀਂ, ਇਹ ਸੀਮੈਂਟ ਭਰ ਕੇ ਦੂਜੇ ਦਿਨ ਉਹ ਮਰੀਜ਼ ਤੁਰਨ ਜੋਗਾ ਹੋ ਜਾਂਦਾ ਹੈ। ਇਹ ਬਹੁਤ ਵੱਡੀ ਐਡਵਾਂਸਮੈਂਟ ਹੈਗੀ ਹੈ। ਮਾਈਕਰੋਸਕੋਪ ਬਹੁਤ ਵਧੀਆ ਕੁਆਲਿਟੀ ਦੇ ਆ ਗਏ ਹੈ। ਜਿਵੇਂ ਆਪਾਂ ਕਹੀਏ ਕਿ ਚੂੰਟੀ ਵੀ ਸਾਨੂੰ ਹਾਥੀ ਵਰਗੀ ਨਜ਼ਰ ਆਉਂਦੀ ਹੈਗੀ। ਸੋ ਓਬਵੀਅਸਲੀ ਚੂੰਟੀ ਦੇ ਵਿੱਚ ਆਪਰੇਸ਼ਨ ਕਰਨਾ ਤੇ ਹਾਥੀ 'ਚ ਆਪਰੇਸ਼ਨ ਕਰਨਾ ਕਿੰਨਾ ਫਰਕ ਹੈ। ਸੋ ਉਹੀ ਐਡਵਾਂਸਮੈਂਟ ਹੈਗੀ ਹੈ ਤੇ ਉਹਦੇ ਨਾਲ ਹੀ ਚੰਗੇ ਰਿਜ਼ਲਟ ਹੈਗੇ ਆ। ਤੁਸੀਂ ਡਰ ਦੀ ਗੱਲ ਕੀਤੀ, ਇਹੀ ਡਰ ਹਰ ਮਰੀਜ਼ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਸਤਾਉਂਦਾ, ਖਾਸ ਕਰਕੇ ਜਦੋਂ ਸਪਾਈਨ ਸਰਜਰੀ ਦਾ ਨਾਮ ਸਾਹਮਣੇ ਆਉਂਦਾ ਹੈ। ਕਈ ਵਾਰੀ ਮਨ ਦੇ ਵਿੱਚ ਵਹਿਮ ਆ ਜਾਂਦਾ ਹੈ ਕਿ ਲੱਤਾਂ ਰਹਿ ਜਾਣਗੀਆਂ, ਕਈ ਵਾਰੀ ਕੁਝ ਵਹਿਮ ਲੋਕਾਂ ਵੱਲੋਂ ਪਾ ਦਿੱਤੇ ਜਾਂਦੇ ਆ। ਉਸ ਦੀ ਸੱਚਾਈ ਕੀ ਹੈ? ਕਿਉਂਕਿ ਸਪਾਈਨ ਸਰਜਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੋ ਗਈ, ਐਡਵਾਂਸਮੈਂਟ ਇੰਨੀ ਹੋ ਚੁੱਕੀ ਹੋਈ ਹੈ, ਦੂਜੇ ਦਿਨ ਮਰੀਜ਼ ਨੂੰ ਖੜਾ ਕਰ ਦਿੱਤਾ ਜਾਂਦਾ ਹੈ, ਫਿਰ ਕਿਉਂ ਲੋਕਾਂ ਦੇ ਮਨ ਦੇ ਵਿੱਚ ਇਹ ਡਰ ਬਹਿ ਜਾਂਦਾ ਹੈ ਕਿ ਸਪਾਈਨ ਸਰਜਰੀ ਕਰਾਉਣ ਦੇ ਨਾਲ ਉਹਨਾਂ ਦੀ ਲੱਤਾਂ ਰਹਿ ਜਾ ਸਕਦੀਆਂ ਨੇ ਜਾਂ ਫਿਰ ਉਹਨਾਂ ਨੂੰ ਹੋਰ ਦਿੱਕਤਾਂ ਜਿਹੜੀਆਂ ਪਹਿਲਾਂ ਚੱਲਦੀਆਂ ਉਸ ਤੋਂ ਜ਼ਿਆਦਾ ਦਿੱਕਤਾਂ ਸਾਹਮਣੇ ਆ ਸਕਦੀਆਂ ਨੇ? ਦੇਖੋ, ਸਪਾਈਨ ਸਰਜਰੀ ਇੱਕ ਫਿਜ਼ਿਕਸ ਜਾਂ ਮੈਥਮੈਟਿਕਸ ਵਰਗੀ ਸਬਜੈਕਟ ਹੈ। ਬਹੁਤ ਹੀ ਮਕੈਨੀਕਲੀ ਸਾਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੀ ਕਰਨਾ ਹੈਗਾ। ਇਟ ਇਜ਼ ਅ ਸਾਇੰਸ, ਠੀਕ ਹੈ ਨਾ। ਸੋ ਅੱਜ ਕੱਲ੍ਹ ਦੀ ਇੰਨੀਆਂ ਐਡਵਾਂਸਮੈਂਟਸ ਹੋ ਗਈਆਂ, ਰਾਦਰ ਮੈਂ ਕਹਾਂਗਾ ਕਈ ਵਾਰੀ ਸਾਨੂੰ ਇਨਵੈਸਟੀਗੇਸ਼ਨ ਜ਼ਿਆਦਾ ਕਰਾਉਣੀਆਂ ਪੈਂਦੀਆਂ ਹੈਗੀਆਂ। ਇਸ ਲਈ ਜ਼ਿਆਦਾ ਕਰਾਉਣੀ ਪੈਂਦੀ ਕਿਉਂਕਿ ਰਿਜ਼ਲਟ ਵੀ ਉਸੇ ਦੇ ਮੁਤਾਬਿਕ ਆਪਾਂ ਨੂੰ ਪਹਿਲਾਂ ਪਲੈਨਿੰਗ ਕਰਨੀ ਪੈਂਦੀ ਹੈ ਆਪਰੇਸ਼ਨ ਦੇ। ਸੋ ਉਹ ਜਿਹੜਾ ਪਲੈਨਿੰਗ ਹੈ ਉਹ ਬਹੁਤ ਇੰਪੋਰਟੈਂਟ ਹੈ। ਜੇ ਪ੍ਰੋਪਰ ਪਲੈਨਿੰਗ ਦੇ ਨਾਲ ਸਪਾਈਨ ਸਰਜਰੀ ਕੀਤੀ ਜਾਵੇ ਤਾਂ ਮੇਰੇ ਮੁਤਾਬਿਕ ਰਿਜ਼ਲਟ ਚੰਗੇ ਆਉਣਗੇ ਹੀ ਆਉਣਗੇ। ਦੂਜੀ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਉਹ ਹੈ ਟਾਈਮ।
ਜੀ। ਕਿਉਂਕਿ ਇਹੋ ਚੀਜ਼ ਸਾਡੇ ਵਾਸਤੇ ਬਲਕਿ ਅਗੇਂਸਟ ਹੈ ਕਿ ਉਹ ਲੋਕੀ ਸਮਝਦੇ ਆਪਰੇਸ਼ਨ ਕਰਾਂਗੇ ਠੀਕ ਨਹੀਂ ਹੋਵਾਂਗੇ, ਉਹ ਖਿੱਚੀ ਜਾਂਦੇ ਆ, ਦਰਦਾਂ ਸਹਿਨ ਕਰੀ ਜਾਂਦੇ ਆ, ਪੇਨ ਕਿਲਰ ਲਈ ਜਾਂਦੇ ਆ, ਗੁਰਦੇ ਚਾਹੇ ਖਰਾਬ ਹੋ ਜਾਣ, ਕੁਝ ਹੋ ਜਾਏ, ਕਿਉਂਕਿ ਉਹਨਾਂ ਦੇ ਮਨ 'ਚ ਇਹ ਬੈਠਿਆ ਹੋਇਆ ਹੈਗਾ ਕਿ ਜਦ ਤੱਕ ਆਪਣਾ ਚੱਲਦਾ ਹੈ ਕੰਮ ਚਲਾਈ ਜਾਓ, ਠੀਕ ਹੈ, ਆਪਰੇਸ਼ਨ ਨਹੀਂ ਕਰਾਣਾ ਆਪਾਂ ਨੇ। ਪਰ ਇਹਦਾ ਉਲਟਾ ਸਾਡੇ ਉੱਪਰ ਫਰਕ ਇਹ ਪੈਂਦਾ ਹੈ ਕਿ ਉਹ ਉਸ ਸਟੇਜ ਤੇ ਪਹੁੰਚਦੇ ਜਦ ਤੱਕ ਨਸ ਆਪਣਾ ਜਵਾਬ ਦੇ ਚੁੱਕੀ ਹੁੰਦੀ ਹੈ। ਹੁਣ ਉਹ ਆਪਾਂ ਇੱਕ ਸਧਾਰਨ ਜਿਹਾ ਐਗਜ਼ਾਮਪਲ ਲਈਏ, ਕਿਸੇ ਗੱਲ ਦਾ ਗਲਾ ਘੁੱਟ ਰਿਹਾ ਹੈਗਾ, ਜੇ ਜਦ ਤੱਕ ਤਾਂ ਸਮਾਂ ਸਿਰ ਆਪਾਂ ਹੱਥ ਹਟਾਤਾ ਜਾਂ ਗਲਾ ਘੁੱਟਦਾ ਰੁਕਤਾ ਤਾਂ ਜਾਨ ਵਾਪਸ ਆ ਜਾਣੀ ਹੈ। ਜੇ ਇੱਕ ਵਾਰ ਸਮਾਂ ਨਿਕਲ ਗਿਆ ਤਾਂ ਭਾਵੇਂ ਹੱਥ ਹਟਾ ਵੀ ਦਈਏ ਤਾਂ ਵੀ ਕੰਮ ਆਪਣਾ ਵਿਗੜ ਗਿਆ, ਖਤਮ ਹੋ ਗਿਆ। ਸੋ ਐਵੇਂ ਹੀ ਨਸਾਂ ਦਾ ਹੈਗਾ, ਜੇ ਨਸਾਂ ਦੇ ਉੱਪਰ ਆਪਾਂ ਟਾਈਮਲੀ ਉਸ ਦਾ ਪ੍ਰੈਸ਼ਰ ਹਟਾ ਦਈਏ, ਦਬਾਅ ਹਟਾ ਦਈਏ ਤੇ ਬਿਲਕੁਲ ਠੀਕ ਹੋ ਜਾਂਦੇ ਹੈਗੇ। ਪਰ ਜੇ ਆਪਾਂ ਖਿੱਚੀ ਜਾਈਏ ਤਾਂ ਉਹਨੇ ਹੀ ਰਿਜ਼ਲਟ ਖਰਾਬ ਆਉਂਦੇ ਆ। ਸੋ ਮੇਰੀ ਇਹੀ ਤੁਹਾਨੂੰ ਲੋਕਾਂ ਦੇ ਵਾਸਤੇ ਇੱਕ ਸਲਾਹ ਹੈਗੀ ਹੈ, ਉਹਨਾਂ ਨੂੰ ਦੱਸਣਾ ਹੈਗਾ ਕਿ ਸਮੇਂ ਸਿਰ ਕੀਤਾ ਗਿਆ ਸਪਾਈਨ ਦਾ ਆਪਰੇਸ਼ਨ ਹਮੇਸ਼ਾ ਸਕਸੈਸਫੁਲ ਹੋਏਗਾ। ਸੋ ਉਹ ਬਹੁਤ ਇੰਪੋਰਟੈਂਟ ਹੈਗਾ। ਪ੍ਰੋਪਰ ਸਪਾਈਨ ਸਰਜਨ ਕੋਲੋਂ ਟ੍ਰੀਟਮੈਂਟ ਕਰਵਾ ਕੇ ਜੇ ਆਪਾਂ ਆਪਰੇਸ਼ਨ ਕਰੀਏ ਤੇ ਟਾਈਮਲੀ ਕਰੀਏ ਤਾਂ ਉਹਦੇ ਰਿਜ਼ਲਟ ਆਣਗੇ। ਉਹ ਸਿਰਫ ਮਿਥ ਹੈ ਕਿ ਆਪਰੇਸ਼ਨ ਕਦੇ ਠੀਕ ਨਹੀਂ ਹੋਣਗੇ। ਇੱਕ ਤੁਸੀਂ ਟਾਈਮਲੀ ਦੀ ਗੱਲ ਕੀਤੀ ਹੈ, ਟਾਈਮ ਤੋਂ ਇੱਕ ਚੀਜ਼ ਮੇਰੇ ਦਿਮਾਗ 'ਚ ਅਕਸਰ ਲੋਕਾਂ ਦੇ ਸਵਾਲ, ਕਿਉਂਕਿ ਜਦੋਂ ਲੋਕਾਂ 'ਚ ਆਪਾਂ ਵਿਚਰੀਦਾ ਲੋਕ ਸਵਾਲ ਕਰਦੇ ਆ, ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਉਮਰ ਦਾ ਤਕਾਜ਼ਾ ਵੀ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ। ਜੇਕਰ ਗੱਲ ਕੀਤੀ ਜਾਵੇ, ਜੇ ਮੈਂ ਆਪਣੀ ਉਮਰ ਦੀ ਗੱਲ ਕਰਾਂ ਜਾਂ ਮੇਰੇ ਤੋਂ ਕੋਈ ਸੀਨੀਅਰ ਸਿਟੀਜ਼ਨ ਹੋਗਾ, ਸਾਡੇ ਦੋਨਾਂ ਦੀ ਉਮਰ ਦੇ ਵਿੱਚ, ਸਾਡੀ ਦੋਨਾਂ ਦੀ ਬਾਡੀ ਦੇ ਵਿੱਚ ਕਾਫੀ ਫਰਕ ਹੋਊਗਾ। ਕਿਹੜੀ ਉਮਰ ਤੱਕ ਜਿਹੜੀ ਹੈ ਸਪਾਈਨ ਸਰਜਰੀ ਪੋਸੀਬਲ ਹੈ ਠੀਕ ਢੰਗ ਦੇ ਨਾਲ, ਜਾਂ ਫਿਰ ਕਹਿ ਲਈਏ ਕਿ ਸਹੀ ਰਿਜ਼ਲਟਸ ਜਿਹੜੇ ਹੈ ਉਹ ਦੇਖਣ ਨੂੰ ਮਿਲ ਸਕਦੇ ਨੇ? ਕਿਉਂਕਿ ਇੱਕ ਉਮਰ ਤੱਕ ਆ ਕੇ ਕਈ ਵਾਰੀ ਸਰਜਰੀਜ਼ ਡਾਕਟਰਸ ਵੀ ਮਨਾ ਕਰ ਦਿੰਦੇ ਨੇ ਕਿ ਨਹੀਂ, ਹੁਣ ਇਹਨਾਂ ਦੀ ਸਰਜਰੀ ਨਹੀਂ ਹੋ ਸਕਦੀ। ਕਿਹੜੀ ਉਮਰ ਦੇ ਤੱਕ ਜਿਹੜੀ ਹੈ ਸਰਜਰੀ ਸਪਾਈਨ ਦੀਆਂ ਹੋ ਸਕਦੀਆਂ ਨੇ? ਦੇਖੋ, ਉਮਰ ਐਜ਼ ਸੱਚ ਤਾਂ ਕੋਈ ਕ੍ਰਾਈਟੀਰੀਆ ਨਹੀਂ ਹੈ। ਇੱਕ ਇਨਸਾਨ ਦੀ ਫਿਟਨੈਸ, ਮੈਡੀਕਲ ਫਿਟਨੈਸ, ਉਹਦੇ ਹੋਰ ਸਿਸਟਮਸ ਜਿਹੜੇ ਹੈ ਜਿਵੇਂ ਹਾਰਟ, ਕਿਡਨੀ, ਲੰਗਸ, ਜੇ ਉਹ ਪ੍ਰੋਪਰ ਫੰਕਸ਼ਨ ਕਰ ਰਹੇ ਹੈ ਤਾਂ ਮੇਰੇ ਮੁਤਾਬਿਕ ਕੋਈ ਵੀ ਉਮਰ ਕੌਂਟਰਾ ਇੰਡੀਕੇਸ਼ਨ ਨਹੀਂ ਹੈਗੀ ਸਪਾਈਨ ਸਰਜਰੀ ਦੇ ਵਾਸਤੇ। ਅੱਜ ਕੱਲ੍ਹ ਤਾਂ ਇੰਨੀਆਂ ਗੋਡੇ ਬਦਲਨੇ, ਚੁੱਲ੍ਹੇ ਬਦਲਨੇ, ਉਹ ਉਮਰ ਦੇ ਡਾਕਟਰ ਮਰੀਜ਼ਾਂ ਦੇ ਵਿੱਚ ਹੀ ਕੀਤਾ ਜਾਂਦਾ ਹੈਗਾ। ਉਹਨਾਂ ਦੀ ਕੁਆਲਿਟੀ ਕਿੰਨੀ ਇੰਪਰੂਵ ਹੋਈ ਹੈ ਇਸ ਚੀਜ਼ ਨੂੰ ਦੇਖਦੇ ਹੋਏ। ਸੋ ਜੇ ਪੇਸ਼ੈਂਟ ਮੈਡੀਕਲੀ ਫਿਟ ਹੈ ਤਾਂ ਮੇਰੇ ਮੁਤਾਬਿਕ ਉਮਰ ਕੋਈ ਵੀ ਕਾਰਨ ਨਹੀਂ ਹੈ ਆਪਰੇਸ਼ਨ ਨਾ ਕਰਨ ਦਾ। ਸੋ ਜੇ ਫਿਟ ਹੈ, ਉਹਦੀ ਕੁਆਲਿਟੀ ਇੰਪਰੂਵ ਕਰਨਾ ਸਾਡਾ ਇੱਕ ਫਰਜ਼ ਹੈ ਐਜ਼ ਅ ਡਾਕਟਰ, ਤੇ ਮੇਰੇ ਮੁਤਾਬਿਕ ਤਾਂ ਉਹਦਾ ਆਪਰੇਸ਼ਨ ਹੋਣਾ ਹੀ ਚਾਹੀਦਾ ਹੈਗਾ। ਫਿਜ਼ੀਕਲੀ ਫਿਟ ਹੋਣਾ ਜ਼ਰੂਰੀ ਹੈ, ਉਮਰ ਨੋ ਬਾਰ ਹੈ। ਹਾਂ, ਫਿਜ਼ੀਕਲੀ ਫਿਟ ਹੋਣਾ ਚਾਹੀਦਾ, ਮੈਡੀਕਲੀ ਫਿਟ ਹੋਣਾ ਚਾਹੀਦਾ, ਦੈਨ ਏਜ ਇਜ਼ ਨੋ ਬਾਰ ਫॉर ਐਨੀ ਕੋਈ ਵੀ ਸਪਾਈਨ ਸਰਜਰੀ ਦੇ ਵਾਸਤੇ। ਸਪਾਈਨ ਸਰਜਰੀ ਤੋਂ ਬਾਅਦ ਕਿਹੜੀਆਂ ਤੇਰੇ ਪ੍ਰੀਕਾਸ਼ਨਸ ਨੇ ਜੋ ਕਿ ਲੈਣੀਆਂ ਬੇहद ਜ਼ਰੂਰੀ ਹੋ ਜਾਂਦੀਆਂ ਨੇ? ਕਿਉਂਕਿ ਕਹਿੰਦੇ ਨੇ ਕਿ ਡਾਕਟਰ ਨੇ ਤਾਂ ਆਪਣਾ ਕੰਮ ਕਰ ਦਿੱਤਾ, ਫਿਰ ਉਸ ਤੋਂ ਬਾਅਦ ਮਰੀਜ਼ ਦੀ ਕੁਝ ਡਿਊਟੀਜ਼, ਕੁਝ ਜ਼ਿੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਹੜੀਆਂ ਅਜਿਹੀਆਂ ਪ੍ਰੀਕਾਸ਼ਨਸ ਨੇ ਜੋ ਕਿ ਤੁਸੀਂ ਵੀ ਆਪਣੇ ਮਰੀਜ਼ਾਂ ਨੂੰ ਪ੍ਰਸਕ੍ਰਾਈਬ ਕਰਦੇ ਹੋ ਬੀਇੰਗ ਅ ਸਰਜਨ, ਕਿ ਆਹ ਜਿਹੜੀਆਂ ਪ੍ਰਸਕ੍ਰਿਪਸ਼ਨਸ ਹੈ, ਤੁਸੀਂ ਇਹ ਜਿਹੜੀ ਪ੍ਰੀਕਾਸ਼ਨਸ ਹੈ ਤੁਸੀਂ ਲੈਣੀਆਂ ਨਹੀਂ ਲਿੱਤੀਆਂ ਤਾਂ ਸ਼ਾਇਦ ਕੰਮ ਖਰਾਬ ਵੀ ਹੋ ਸਕਦਾ? ਕਿਉਂਕਿ ਜਦੋਂ ਇੱਕ ਵਾਰੀ ਬਿਲਡਿੰਗ ਬਣ ਜਾਂਦੀ ਹੈ, ਕਹਿੰਦੇ ਨੇ ਸੀਮੈਂਟ ਪਾ ਦਿੱਤਾ ਜਾਂਦਾ, ਪਰ ਜਦ ਤੱਕ ਮਿਸਤਰੀ ਉਹਨੂੰ ਪਾਣੀ ਨਾਲ ਆਵੇ ਤਦ ਤੱਕ ਉਹ ਬਿਲਡਿੰਗ ਸਟਰੋਂਗ ਨਹੀਂ ਹੁੰਦੀ। ਸੋ ਮਰੀਜ਼ਾਂ ਦੀ ਕੀ ਉਹ ਚੀਜ਼ ਹੋਏਗੀ ਜਿਹੜੀ ਉਹ ਧਿਆਨ ਰੱਖਣ? ਦੇਖੋ, ਬਿਲਕੁਲ ਸਹੀ ਗੱਲ ਹੈ। ਸਰਜਰੀ ਇਜ਼ ਨਾਟ ਦੀ ਐਂਡ। ਮਤਲਬ ਆਪਰੇਸ਼ਨ ਕਰਕੇ ਇਹ ਨਹੀਂ ਹੈ ਕਿ ਆਪਰੇਸ਼ਨ ਹੋ ਗਿਆ ਹੁਣ ਤਾਂ ਤੁਸੀਂ ਠੀਕ ਹੋ ਹੀ ਗਏ। ਸਪਾਈਨ ਸਰਜਰੀ, ਜਿਵੇਂ ਮੈਂ ਦੱਸਿਆ, ਕਿ ਇੱਕ ਕਲਾ ਹੈਗੀ ਹੈ। ਆਪਰੇਸ਼ਨ ਕਰਕੇ ਆਪਾਂ ਨੇ ਉਸ ਲਾਇਕ ਤਾਂ ਬਣਾਤਾ ਕਿ ਮਰੀਜ਼ ਹੁਣ ਠੀਕ ਹੋ ਸਕਦਾ ਹੈ, ਪਰ ਉਸ ਤੋਂ ਬਾਅਦ ਦਾ ਰੋਲ ਬਹੁਤ ਇੰਪੋਰਟੈਂਟ ਹੈ। ਰੀਹੈਬਿਲਿਟੇਸ਼ਨ, ਐਕਸਰਸਾਈਜ਼ਸ, ਫਿਜ਼ੀਓਥੈਰੇਪੀ ਮੇਰੇ ਮੁਤਾਬਿਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਆਪਣੇ ਮਸਲਸ ਨੂੰ ਦੁਬਾਰਾ ਸਟਰੈਂਥ ਦੇਣਾ, ਉਹਨਾਂ ਨੂੰ ਜ਼ੋਰ ਦੇਣੇ ਦੇ ਵਾਸਤੇ। ਸੋ ਜੇ ਆਪਾਂ ਕਹੀਏ ਆਪਰੇਸ਼ਨ ਹੋ ਗਿਆ ਜੀ ਹੁਣ ਤਾਂ ਮੈਂ ਠੀਕ ਹੀ ਹੋ ਜਾਵਾਂਗਾ, ਕੋਈ ਟੈਨਸ਼ਨ ਨਹੀਂ ਹੈ, ਤਾਂ ਐਵੇਂ ਦੀ ਗੱਲ ਨਹੀਂ ਹੈ। ਪ੍ਰੋਪਰ ਖਾਣਾ ਪੀਣਾ, ਸਿਹਤ ਨੂੰ ਪ੍ਰੋਪਰ ਧਿਆਨ ਰੱਖਣਾ, ਐਕਸਰਸਾਈਜ਼ਸ ਕਰਨਾ, ਉਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿਸੇ ਵੀ ਸਪਾਈਨ ਸਰਜਰੀ ਦੇ ਰਿਜ਼ਲਟ ਦੇ ਵਾਸਤੇ। ਸੋ ਕਈ ਸਾਡੀ ਸਪਾਈਨ ਸਰਜਰੀਜ਼ ਐਵੇਂ ਦੇ ਵੀ ਹੁੰਦੇ ਜਿਨ੍ਹਾਂ ਵਿੱਚ ਧਿਆਨ ਰੱਖਣਾ ਪੈਂਦਾ, ਜਿਵੇਂ ਆਪਾਂ ਕਹਿੰਦੇ ਨਾ ਕੱਚਾ ਹੈ ਹਾਲੇ ਕੰਮ, ਸੋ ਉਹਨੂੰ ਮਜ਼ਬੂਤੀ ਦੇਣ ਲਈ ਸਮੇਂ ਲੱਗਣਾ ਹੈਗਾ। ਸੋ ਉਹਨਾਂ ਦੇ ਵਾਸਤੇ ਕੁਝ ਪ੍ਰੀਕਾਸ਼ਨਸ, ਕਈ ਵਾਰੀ ਅਸੀਂ ਬੈਲਟਸ ਵਗੈਰਾ ਲਗਾਉਂਦੇ, ਲੰਬਰ ਬੈਲਟ ਹੋ ਗਈ, ਗਰਦਨ 'ਚ ਕਾਰਲਰ ਲਗਾਉਂਦੇ ਤਾਂ ਕਿ ਉਸ ਟਾਈਮ 'ਚ ਜਦ ਤੱਕ ਉਹ ਸਾਰਾ ਕੁਝ ਭਰ ਨਹੀਂ ਰਿਹਾ, ਹੀਲ ਨਹੀਂ ਹੋ ਰਿਹਾ, ਤਦ ਤੱਕ ਉਹਨੂੰ ਸਪੋਰਟ ਮਿਲਦੀ ਰਹੇ। ਸੋ ਉਹ ਸਾਰੇ ਪ੍ਰੀਕਾਸ਼ਨਸ, ਨਾਲੇ ਹਰ ਇੱਕ ਸਰਜਰੀ ਦੇ ਵਿੱਚ ਕੁਝ ਨਾ ਕੁਝ ਡਿਫਰੈਂਟ ਇੰਸਟਰਕਸ਼ਨਸ ਜ਼ਰੂਰ ਹੁੰਦੀਆਂ, ਬਟ ਓਵਰਆਲ ਦੇਖਿਆ ਜਾਏ
ਚੰਗਾ ਖਾਣਾ ਪੀਣਾ, ਸਾਫ ਸੁਥਰਾ ਖਾਣਾ ਪੀਣਾ ਤੇ ਐਕਸਰਸਾਈਜ਼ ਬਹੁਤ ਹੀ ਇੰਪੋਰਟੈਂਟ ਹੈ ਇਸ ਤੋਂ ਬਾਅਦ ਦਾ ਰਿਜ਼ਲਟ। ਸਿਗਰਟ ਸਮੋਕਿੰਗ ਬਹੁਤ ਹੀ ਬੁਰੀ ਚੀਜ਼ ਹੈ, ਖਾਸ ਕਰ ਇਹਦੇ ਰਿਜ਼ਲਟ ਦੇ ਵਿੱਚ ਸਮੋਕਰਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਰਿਜ਼ਲਟ ਬਿਲਕੁਲ ਵਧੀਆ ਨਹੀਂ ਆਉਂਦੇ। ਇਸੇ ਲਈ ਨਹੀਂ ਆਉਂਦੇ ਕਿਉਂਕਿ ਉਹਦੀ ਹੀਲਿੰਗ ਚੰਗੀ ਨਹੀਂ ਹੈ। ਸੋ ਅਸੀਂ ਖਾਸ ਇੰਸਟਰਕਸ਼ਨ ਦਿੰਦੇ ਹਾਂ ਕਿ ਉਹ ਸਮੋਕਿੰਗ ਨੂੰ ਛੱਡਣ ਤਾਂ ਕਿ ਰਿਜ਼ਲਟਸ ਬਹੁਤ ਵਧੀਆ ਆਉਣ, ਹੀਲਿੰਗ ਚੰਗੀ ਹੋਏ। ਡਾਇਬਟੀਜ਼ ਦੇ ਮਰੀਜ਼ ਹੁੰਦੇ, ਸਾਡੇ ਕਈ ਬਜ਼ੁਰਗ ਹੁੰਦੇ ਆ, ਉਹਨਾਂ ਦੇ ਵਿੱਚ ਸ਼ੂਗਰ ਦਾ ਕੰਟਰੋਲ ਰੱਖਣਾ ਬਹੁਤ ਇੰਪੋਰਟੈਂਟ ਹੈ ਤਾਂ ਕਿ ਉਹ ਜਲਦੀ ਪ੍ਰੋਪਰਲੀ ਵੂੰਡ ਹੀਲ ਕਰ ਸਕੇ, ਜ਼ਖਮ ਭਰ ਸਕੇ ਤੇ ਪ੍ਰੋਬਲਮਸ ਕੋਈ ਨਾ ਪਾਣ। ਕੋਈ ਇਦਾਂ ਦਾ ਤਰੀਕਾ ਵੀ ਹੈਗਾ ਜੀ ਕਿ ਜਿਹਦੇ ਨਾਲ ਕਹਿ ਸਿਆ ਜਾਵੇ ਕਿ ਪਿੱਠ ਦੀਆਂ ਦਿੱਕਤਾਂ ਨੂੰ ਉੱਦਾਂ ਹੀ ਠੀਕ ਕਰ ਦਿੱਤਾ ਜਾਵੇ, ਸਰਜਰੀ ਤੱਕ ਗੱਲ ਨਾ ਪਹੁੰਚੇ? ਕੋਈ ਵਰਜਿਸ਼, ਕੋਈ ਤੁਸੀਂ ਫਿਜ਼ੀਓਥੈਰੇਪੀ ਦਾ ਵੀ ਜ਼ਿਕਰ ਕੀਤਾ, ਕੋਈ ਹੈ ਇਦਾਂ ਦੇ ਤਰੀਕੇ ਜਿਹਦੇ ਨਾਲ ਸਰਜਰੀ ਤੱਕ ਗੱਲ ਨਾ ਪਹੁੰਚੇ? ਬਿਲਕੁਲ ਇਹ ਨਹੀਂ ਹੈ ਕਿ ਹਰ ਇੱਕ ਪਿੱਠ ਦਰਦ ਵਾਲੇ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਹੈ। ਮੈਂ ਕਹਾਂਗਾ ਲਗਭਗ 80 ਤੋਂ 90% ਲੋਕ ਜਿਹੜੇ ਪਿੱਠ ਦਰਦ ਦੇ ਨਾਲ ਆਉਂਦੇ ਉਹਨਾਂ ਵਿੱਚ ਕੋਈ ਆਪਰੇਸ਼ਨ ਦੀ ਲੋੜ ਨਹੀਂ ਹੈਗੀ ਹੈ। ਜ਼ਰੂਰੀ ਚੀਜ਼ ਹੈ ਪ੍ਰੋਪਰ ਉਹਨਾਂ ਦਾ ਪੋਸਚਰ, ਕਿਸ ਤਰ੍ਹਾਂ ਉਹ ਬੈਠਦੇ ਹੈਗੇ, ਕਿਸ ਤਰ੍ਹਾਂ ਉਹ ਤੁਰਦੇ ਹੈਗੇ। ਅੱਜ ਕੱਲ੍ਹ ਲੋਕੀ ਕੰਪਿਊਟਰ ਤੇ ਬੈਠੇ ਰਹਿੰਦੇ ਹੈਗੇ ਟੇਢੇ ਜਿਹੇ ਹੋ ਕੇ। ਬੱਚਿਆਂ ਨੂੰ ਆਦਤ ਹੁੰਦੀ ਹੈਗੀ ਬਿਸਤਰੇ 'ਤੇ ਪੈ ਕੇ ਹੀ ਪੜੀ ਜਾਣ ਜਾਂ ਕੁਝ ਕੰਮ ਕਰੀ ਜਾਣ। ਪੋਸਚਰ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਵਿਟਾਮਿਨ ਡੀ ਦੀ ਕਮੀ ਅੱਜ ਕੱਲ੍ਹ ਬਹੁਤ ਦੇਖੀ ਜਾ ਰਹੀ ਕਿਉਂਕਿ ਲੋਕੀ ਧੁੱਪ 'ਚ ਜਾਂਦੇ ਨਹੀਂ ਹੈਗੇ, ਸਨਲਾਈਟ ਬਿਲਕੁਲ ਨਹੀਂ ਹੈ। ਸੋ ਵਿਟਾਮਿਨ ਡੀ ਲਗਭਗ ਹਰ ਮਰੀਜ਼ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ। ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ ਬੋਨ ਨੂੰ ਸਟਰੈਂਥ ਦੇਣ ਦਾ। ਸੋ ਵਿਟਾਮਿਨ ਡੀ ਦੀ ਕਮੀ ਬਿਲਕੁਲ ਨਹੀਂ ਹੋਣੀ ਚਾਹੀਦੀ। ਆਪਾਂ ਨੂੰ ਆਪਣੇ ਲਾਈਫ ਸਟਾਈਲ 'ਚ ਕੁਝ ਐਵੇਂ ਦਾ ਵੀ ਕਰਨਾ ਚਾਹੀਦਾ ਕਿ ਧੁੱਪ ਸਾਨੂੰ ਮਿਲੇ। ਪ੍ਰੋਪਰ ਨਿਊਟ੍ਰੀਸ਼ਨ, ਖਾਣਾ ਪੀਣਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਟ੍ਰੈਂਡ ਹੈਗਾ ਪਿਜ਼ਾਜ਼, ਬਰਗਰਸ, ਜੰਕ ਫੂਡ ਖਾਣ ਦਾ। ਦੇ ਆਰ ਆਲ, ਉਹ ਸਾਰਿਆਂ ਦੇ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੀ ਹੱਡੀ ਨੂੰ ਕਮਜ਼ੋਰ ਕਰਦੀ ਹੈਗੀ ਹੈ, ਸਾਡੇ ਮਾਸਪੇਸ਼ੀਆਂ ਨੂੰ ਕਮਜ਼ੋਰ ਕਰਦੀ ਹੈ, ਜਿਹਦਾ ਅਸਰ ਅਲਟੀਮੇਟਲੀ ਸਾਡੀ ਰੀੜ੍ਹ ਦੀ ਹੱਡੀ 'ਚ ਪੈਂਦਾ। ਕਿਉਂਕਿ ਰੀੜ੍ਹ ਦੀ ਹੱਡੀ ਜਿਵੇਂ ਆਪਾਂ ਕਹਿੰਦੇ ਇਜ਼ ਦਾ ਬੇਸਿਕ, ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਰੀਰ ਦੀ ਮੂਵਮੈਂਟ ਵਾਸਤੇ, ਸਭ ਕੁਝ ਵਾਸਤੇ। ਸਾਰਾ ਸਰੀਰ ਦਾ ਜ਼ੋਰ ਉਹਦੇ ਹੱਡੀ 'ਤੇ ਪਿਆ ਹੋਇਆ ਹੈਗਾ। ਸੋ ਜੋ ਆਪਾਂ ਆਪਣੇ ਸਰੀਰ ਨੂੰ ਪ੍ਰੋਪਰਲੀ ਨਹੀਂ ਮੈਨੇਜ ਕਰਾਂਗੇ ਤਾਂ ਉਹ ਹੱਡੀ ਤੋਂ ਤਕਲੀਫ ਸੇ ਹੋਏਗੀ। ਮੋਟਾਪਾ ਬਹੁਤ ਬੜੀ ਬਿਮਾਰੀ ਹੈਗੀ ਹੈ, ਉਹਦਾ ਕੰਟਰੋਲ ਕਰਕੇ ਰੱਖਣਾ, ਆਪਾਂ ਨੂੰ ਆਪਣੇ ਵੇਟ ਕੰਟਰੋਲ ਕਰਕੇ ਰੱਖਣਾ ਬੜਾ ਜ਼ਰੂਰੀ ਹੈ। ਸੋ ਲਾਈਫ ਸਟਾਈਲ ਚੇਂਜਸ ਐਂਡ ਹੀਟਿੰਗ ਪੈਟਰਨ, ਖਾਣ ਪੀਣ ਦਾ ਤਰੀਕਾ ਤੇ ਆਪਣੇ ਲਾਈਫ ਸਟਾਈਲ ਨੂੰ, ਪੋਸਚਰ ਨੂੰ, ਸਭ ਕੁਝ ਠੀਕ ਕਰਨਾ ਬੜਾ ਇੰਪੋਰਟੈਂਟ ਹੈ। ਇਸ ਤੋਂ ਨਾਲ ਜ਼ਰੂਰੀ ਨਹੀਂ ਹੈ ਕਿ ਆਪਰੇਸ਼ਨ ਦੀ ਲੋੜ ਪਏਗੀ, ਬਲਕਿ ਡਿਸਕ ਦੇ ਵੀ ਬਹੁਤ ਸਾਰੇ ਮਰੀਜ਼ ਐਵੇਂ ਹੁੰਦੇ ਹੈਗੇ ਆ ਜਿਹੜਾ ਕਿ ਕਈ ਵਾਰੀ ਆਪਣੇ ਆਪ ਠੀਕ ਹੋ ਜਾਂਦੇ ਹੈ। ਉਹਨਾਂ ਨੂੰ ਵੀ ਅਸੀਂ ਟਾਈਮ ਦਿੰਦੇ ਹਾਂ, ਇਹ ਨਹੀਂ ਕਿ ਆਇਆ ਤੇ ਚੱਲ ਵੀ ਆਪਰੇਸ਼ਨ ਤੇਰਾ, ਐਵੇਂ ਦਾ ਗੱਲ ਨਹੀਂ ਹੈਗੀ ਹੈ। ਉਹਨਾਂ ਨੂੰ ਪ੍ਰੋਪਰ ਪੋਸਚਰ ਸਮਝਾਇਆ ਜਾਂਦਾ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈਗਾ ਉਸ ਨੂੰ ਠੀਕ ਕਰਨ ਵਾਸਤੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਉਮੀਦ ਹੈ ਸਾਡੇ ਦਰਸ਼ਕ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਨੇ ਸਰਜਰੀ ਤੋਂ ਬਚਣ ਦੀਆਂ ਵੀ ਜਾਂ ਫਿਰ ਆਪਣੀ ਪਿੱਠ ਨੂੰ ਸਹੀ ਰੱਖਣ ਦੀਆਂ ਵੀ, ਜੇਕਰ ਸਰਜਰੀ ਕਰਾਉਣੀ ਵੀ ਪੈਂਦੀ ਹੈ, ਉਮੀਦ ਹੈ ਕਿ ਲੋਕਾਂ ਦਾ ਡਰ ਨਿਕਲ ਗਿਆ ਹੋਵੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਸੋ ਇਸ ਸਾਡੇ ਨਾਲ ਡਾਕਟਰ ਅਰੁਣ ਜੋ ਕਿ AP ਨਿਊਰੋ ਐਂਡ ਟਰਾਮਾ ਸੈਂਟਰ ਦੇ ਵਿੱਚ ਬਤੌਰ ਸੀਨੀਅਰ ਸਰਜਨ ਨੇ, ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਸਪਾਈਨ ਦੀ ਸਰਜਰੀਜ਼ ਤੋਂ ਡਰਨ ਦੀ ਲੋੜ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਹਰ ਮੌਕੇ 'ਤੇ ਸਪਾਈਨ ਦੀ ਸਰਜਰੀ ਹੀ ਕਰਨੀ ਪਵੇ। ਕਿਸ ਤਰੀਕੇ ਦੇ ਨਾਲ ਸਰਜਰੀਜ਼ ਤੱਕ ਨੌਬਤ ਨਾ ਆਵੇ ਉਸ ਤੋਂ ਬਚਿਆ ਜਾ ਸਕਦਾ, ਕੀ ਤਰੀਕੇ ਨੇ, ਐਕਸਰਸਾਈਜ਼ਸ ਕਿੱਦਾਂ ਕੀਤੀਆਂ ਜਾ ਸਕਦੀਆਂ, ਪੋਸਚਰਸ ਬਾਰੇ ਜਾਣਕਾਰੀ ਦਿੱਤੀ। ਅਤੇ ਨਾਲ ਹੀ ਨਾਲ ਜਿਹੜਾ ਲੋਕਾਂ ਦੇ ਵਿੱਚ ਡਰ ਰਹਿੰਦਾ ਕਿ ਕਈ ਵਾਰ ਸਰਜਰੀਜ਼ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਬਾਹਾਂ ਰਹਿ ਜਾਣਗੀਆਂ ਜਾਂ ਉਹਨਾਂ ਦੀ ਕੁਝ ਨਸਾਂ ਜਿਹੜੀਆਂ ਬਲੌਕ ਹੋ ਸਕਦੀਆਂ ਨੇ, ਉਸ ਦਾ ਵੀ ਜਵਾਬ ਖੁੱਲ੍ਹ ਕੇ ਦਿੱਤਾ ਹੈ ਤਾਂ ਕਿ ਕਿਸੇ ਵੀ ਮਰੀਜ਼ ਦੇ ਮਨ ਦੇ ਵਿੱਚ ਕੋਈ ਡਰ ਨਾ ਰਵੇ, ਕੋਈ ਭੈ ਨਾ ਰਵੇ ਤੇ ਕਿਤੇ ਨਾ ਕਿਤੇ ਉਹ ਮਰੀਜ਼ ਜੇਕਰ ਕਿਸੇ ਡਰ ਦੇ ਕਰਕੇ ਠੀਕ ਨਹੀਂ ਹੋ ਪਾ ਰਿਹਾ, ਉਹ ਜਾ ਕੇ ਆਪਣੀ ਸਰਜਰੀ ਕਰਾਵੇ ਅਤੇ ਆਪਣੇ ਮਨ ਦਾ ਜਿਹੜਾ ਡਰ ਹੈ ਉਹ ਕੱਢ ਲਵੇ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਜਨ ਨਰੂਲਾ, ਸਕਾਈ ਨਿਊਜ਼ ਪੰਜਾਬ, ਪਟਿਆਲਾ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।